ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਅਪਾਵਹੁ, ਡੁਬਦੇ ਪੱਥਰ ਤਾਰੇ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆਰੇ। ਗੁਰ ਨਾਨਕ ਜਿਨ ਸੁਣਿਆ ਭੇਖਿਆ, ਸੇ ਫਿਰ ਗਰਭਾਸ ਨ ਭਰਿਆ ਰੇ। ਨਾਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਧਾ ਜਨਮ ਪਾਇਆ। ਪ੍ਰਣਬਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਪ੍ਰਣਬਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਜੁਗੋ ਜੁਗ ਅਟਲ ਸ਼ਬਦ ਗੁਰੂ ਦਾਸ ਪਾਤਸ਼ਾਹੀਆਂ ਦੀ ਆਤਮਿਕ ਜੋਤ, ਮੁਕਤੀ ਦੇ ਦਾਤੇ, ਖੜਗਧਾਰੀ, ਲੋਕ ਪਰਲੋਕ ਦੇ ਮਾਲਕ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਤੋਂ ਜੁੜ ਬੈਠੀ ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਵਡਭਾਗੇ ਹੋ ਜੋ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੁੜਨ ਦਾ, ਹਜ਼ੂਰ ਦੇ ਦਰਸ਼ਨ ਦੀਦਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਮਹਾਰਾਜ ਜੀ ਦੀ ਅੰਮ੍ਰਿਤਮਈ ਨਿਤਨੇਮ ਬਾਣੀ ਦੇ ਜਾਪ ਹੋਏ ਹਨ। ਸੋ ਜੋ ਲੜੀਵਾਰ ਸਤਿਗੁਰੂ ਪਾਤਸ਼ਾਹ ਨੌਵੇਂ ਗੁਰਦੇਵ ਤਿਲਕ ਜੰਜੂ ਕੇ ਰਾਖੇ, ਠੀਕਰ ਫੋਰ ਦਲੀ ਸਿਰ, ਪਰਾਪੁਰ ਕੀਆ ਪਿਆਨ, ਤੇਗ ਬਹਾਦਰ ਸੀ ਕਰਿਆ, ਕਰੀ ਨਾ ਕਿਨਹੂ ਆਨ। ਜਿਨ੍ਹਾਂ ਦੇ ਬਾਬਤ ਹਜ਼ੂਰ ਸੱਚੇ ਪਾਤਸ਼ਾਹ ਕਲਗੀਧਰ ਜੀ ਮਹਾਰਾਜ ਸ੍ਰੀ ਦਸਮ ਬਾਣੀ ਅੰਦਰ ਜ਼ਿਕਰ ਕਰਦੇ ਨੇ, ਤੇਗ ਬਹਾਦਰ ਸਿਮਰਿਐ, ਘਰ ਨੌ ਨਿਧ ਆਵੈ ਧਾਏ, ਸਭ ਥਾਈਂ ਹੋਏ ਸਹਾਏ। ਕਿ ਜਿਹੜਾ ਜਗਿਆਸੂ ਭਾਵਨਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਨੂੰ ਸੰਗਤ ਜੀ ਸਿਮਰਦਾ ਹੈ, ਮਹਾਰਾਜ ਜੀ ਦਾ ਧਿਆਨ ਆਪਣੇ ਹਿਰਦੇ ਵਿੱਚ ਵਸਾਉਂਦਾ। ਸਤਿਗੁਰੂ ਜੀ ਕਹਿੰਦੇ ਉਹਦੇ ਹਿਰਦੇ ਰੂਪੇ ਘਰ ਵਿੱਚ ਪਾਈ ਨਾਮ ਰੂਪੀ 9 ਨਿਧੀਆਂ ਸਿੱਧੀਆਂ ਆ ਜਾਂਦੀਆਂ ਨੇ। ਪ੍ਰਤੱਖ ਉਹਦੇ ਘਰ ਵਿੱਚ ਬਰਕਤਾਂ ਆ ਜਾਂਦੀਆਂ ਨੇ। ਇੰਨੀ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਸਿਮਰਨ ਦੀ
ਸੰਗਤ ਜੀ ਤਾਕਤ ਹੈ। ਸੋ ਸਤਿਗੁਰੂ ਮਹਾਰਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਆਂ ਦੀ ਪਾਵਨ ਬਾਣੀ 9ਵੇਂ ਮਹੱਲੇ ਦੇ ਸ਼ਲੋਕਾਂ ਦੀ ਜੋ ਲੜੀਵਾਰ ਕਥਾ ਆਰੰਭ ਹੋ ਰਹੀ ਹੈ। ਕੱਲ ਸੰਗਤ ਜੀ 2 ਸ਼ਲੋਕਾਂ ਦੀ ਵਿਚਾਰ ਹੋਈ ਸੀ। ਅੱਜ ਤੀਸਰਾ ਸ਼ਲੋਕ ਪ੍ਰਾਰੰਭ ਹੈ। ਆਓ ਜਿਤਨੇ ਵੀ ਗੁਰਸਿੱਖ ਸਤਿਗੁਰੂ ਜੀ ਦੇ ਦਰਬਾਰ ਵਿੱਚ ਪੁੱਜੇ ਹੋ, ਸਾਰੇ ਮਨੋਵਿਰਤੀਆਂ ਇਕਾਗਰ ਕਰੋ। ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾਈਏ। ਸਾਰੇ ਰਸਨਾ ਨੂੰ ਉਚਾਰਨ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਰਨਾ ਪਾਉ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਕਹੋ ਨਾਨਕ ਭਜ ਹਰਿ ਮਨਾ, ਔਦ ਜਾਤ ਹੈ ਬੀਤ। ਤਰਨਾ ਪਾਉ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਕਹੋ ਨਾਨਕ ਭਜ ਹਰਿ ਮਨਾ, ਔਦ ਜਾਤ ਹੈ ਬੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਮਹਾਰਾਜ ਵੈਰਾਗ ਤੇ ਤਿਆਗ ਦੀ ਮੂਰਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਗਤ ਜੀ ਪਾਵਨ ਆਪਣੀ ਮੁਖਾਰਵਿੰਦ ਰਸਨਾ ਤੋਂ ਹਜੂਰ ਕਥਨ ਕਰਦੇ ਨੇ ਕਿ ਹੇ ਜੀਵ, ਸਤਿਗੁਰੂ ਜੀ ਉਪਦੇਸ਼ ਦਿੰਦੇ ਨੇ ਕਿ ਤਰਨਾ ਪਾਓ ਇਉਂ ਹੀ ਗਇਓ। ਤਰਨਾ ਪਾਓ ਸੰਗਤ ਜੀ, ਤਰਨਾ ਜਿਹੜਾ ਹੈ ਉਹ ਕਿਹਾ ਜਾਂਦਾ ਹੈ ਬਾਲਪਨ ਨੂੰ, ਬਚਪਨ ਨੂੰ। ਸਤਿਗੁਰੂ ਜੀ ਕਹਿੰਦੇ ਜੀਵ ਤਰਨਾ ਪਾਓ ਇਉਂ ਹੀ ਗਇਓ। ਭਾਈ ਤੇਰਾ ਜਿਹੜਾ ਬਚਪਨ ਸੀ, ਉਸ ਵੇਲੇ ਸੰਗਤ ਜੀ ਜੀਵ ਨੂੰ ਗਿਆਨ ਨਹੀਂ ਹੁੰਦਾ, ਅਗਿਆਨ ਕਰਕੇ, ਛੋਟੀ ਅਵਸਥਾ ਹੋਣ ਕਰਕੇ ਸਤਿਗੁਰੂ ਜੀ ਕਹਿੰਦੇ ਉਹ ਭਾਈ ਖੇਲਾਂ ਦੇ ਵਿੱਚ, ਅਗਿਆਨਪਣ ਵਿੱਚ, ਲਾਡ ਦੇ ਵਿੱਚ ਹੀ ਚਲਿਆ ਗਿਆ। ਭਾਵ ਜਿਹੜੀ ਤੇਰੀ ਬਚਪਨ ਦੀ ਅਵਸਥਾ ਸੀ ਉਹ ਤਾਂ ਸਤਿਗੁਰੂ ਜੀ ਕਹਿੰਦੇ ਇਉਂ ਬਤੀਤ ਹੋ ਗਈ। ਹਜੂਰ ਕਹਿੰਦੇ ਤਰਨਾ ਪਾਓ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਅਤੇ ਬੜੇਪਾ ਹੈ ਜਿਹੜਾ ਬਿਰਧ ਅਵਸਥਾ ਨੇ ਤੇਰੇ ਤਨ ਨੂੰ, ਜਰਾ ਨਾਮ ਬੜੇਪੇ ਦਾ ਹੈ। ਜਰ ਆਈ ਜੋਬਨ ਹਾਰਿਆ, ਮਹਾਰਾਜ ਦੇ ਵਚਨ ਨੇ ਕਿ ਜਿਸ ਵੇਲੇ ਬੜੇਪਾ ਆ ਜਾਂਦਾ ਉਸ ਵੇਲੇ ਜੋਬਨ ਭਾਵ ਜਿਹੜੀ ਦੂਸਰੀ ਅਵਸਥਾ ਜਵਾਨੀ ਦੀ ਹੈ, ਉਸ ਤੋਂ ਜੀਵ ਹਾਰ ਜਾਂਦਾ, ਹੱਥ ਧੋ ਲੈਂਦਾ ਹੈ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸੰਗਤ ਜੀ ਆਪਣੀ ਪਾਵਨ ਬਾਣੀ ਦੇ ਅੰਦਰ ਜੀਵ ਦੀਆਂ 3 ਅਵਸਥਾਵਾਂ ਕਥਨ ਕੀਤੀਆਂ ਨੇ ਜ਼ਿੰਦਗੀ ਦੀਆਂ। ਸਤਿਗੁਰੂ ਮਹਾਰਾਜ ਜੀ ਦੱਸਦੇ ਨੇ ਕਿ ਬਾਲ, ਜਵਾਨੀ ਅਰ ਬਿਰਧ ਫੁਨ 3 ਅਵਸਥਾ ਜਾਨ। ਪਹਿਲਾ ਹੈ ਬਾਲ ਭਾਵ ਬੱਚਾ, ਫਿਰ ਜਵਾਨੀ, ਫਿਰ ਬਿਰਧ, ਅਤੇ ਬਿਰਧ ਤੋਂ ਬਾਅਦ ਤੇ ਸੰਗਤ ਜੀ ਸਭ ਨੂੰ ਪਤਾ ਹੈ ਫਿਰ ਕਿਹੜੀ ਅਵਸਥਾ ਹੈ, ਉਹ ਮੌਤ ਦੀ ਅਵਸਥਾ। ਸਰਹੁ ਵਿਚਾਰ ਸਤਿਗੁਰੂ ਜੀ ਕਿਰਪਾ ਕਰਦੇ ਨੇ, ਹੇ ਜੀਵ ਤੂੰ ਸੰਸਾਰ 'ਤੇ ਆਇਆ ਅਤੇ ਵਾਹਿਗੁਰੂ ਦਾ ਨਾਮ ਚੇਤਨ ਕਰਨ ਵਾਸਤੇ ਸੀ, ਸਤਿਗੁਰਾਂ ਦੇ ਨਾਲ ਮਿਲਾਪ ਕਰਨ ਵਾਸਤੇ। ਪਰ ਤੂੰ ਬਚਪਨ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਪਹਿਲੀ ਅਵਸਥਾ ਨੂੰ ਖੇਲਾਂ ਦੇ ਵਿੱਚ ਹੀ ਗਵਾ ਲਿਆ, ਅਗਿਆਨ ਕਰਕੇ। ਤਰਨਾ ਪਾਉ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਅਤੇ ਜਰਾ ਨਾਮ ਬੜੇਪੇ ਦਾ ਹੈ, ਤਨ ਨਾਮ ਹੈ ਸਰੀਰ ਦਾ। ਤਨ ਦੇ ਅਰਥ ਸਰੀਰ ਨੇ ਕਿ ਬੜੇਪੇ ਨੇ, ਬਿਰਧ ਅਵਸਥਾ ਨੇ ਤੇਰੇ ਸਰੀਰ ਨੂੰ ਜੀਤ ਨਾਮ ਜਿੱਤਦਾ ਹੈ ਕਿ ਜਿੱਤ ਲਿਆ।
ਕਿਉਂਕਿ ਸੰਗਤ ਜੀ ਬੜੇਪਾ ਇੱਕ ਐਸਾ ਇਹਨੂੰ ਵੀ ਰੋਗ ਮੰਨਿਆ ਹੈ। ਇਸ ਉਮਰ ਦੇ ਵਿੱਚ ਆ ਕੇ ਹਰੇਕ ਵਿਅਕਤੀ ਦਾ ਜਿਹੜਾ ਸਰੀਰ ਹੈ ਉਹਦੇ ਵਿੱਚੋਂ ਸ਼ਕਤੀ ਘਟ ਜਾਂਦੀ ਹੈ। ਗੋਡਿਆਂ ਵਿੱਚ ਦਰਦ ਹੋਣੇ ਸ਼ੁਰੂ ਹੋ ਜਾਂਦੇ ਨੇ, ਅੱਖਾਂ ਤੋਂ ਹੀ ਰੋਸ਼ਨੀ ਚਲੀ ਜਾਂਦੀ ਹੈ, ਕੰਨਾਂ ਤੋਂ ਸੁਣਨਾ ਹਟ ਜਾਂਦਾ ਹੈ, ਜ਼ੁਬਾਨ ਕੁਝ ਹੋਰ ਕਹਿੰਦੀ ਹੈ, ਸ਼ਬਦ ਕੁਝ ਹੋਰ ਉਚਾਰਨਾ ਹੁੰਦਾ ਹੈ ਪਰ ਆਖਿਆ ਕੁਝ ਹੋਰ ਜਾਂਦਾ ਹੈ। ਭਾਵ ਇੰਦਰੀ ਨਿਰਬਲ ਹੋ ਜਾਂਦੇ ਨੇ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਜੀ ਕਹਿੰਦੇ, ਜੀਵ ਜਿਹੜੀਆਂ ਤੇਰੀਆਂ ਦੋਨੇ ਅਵਸਥਾਵਾਂ ਸਨ ਜ਼ਿੰਦਗੀ ਦੀਆਂ, ਇਹ ਤਾਂ ਭਾਈ ਇਉਂ ਚਲੀਆਂ ਗਈਆਂ। ਹਜ਼ੂਰ ਅੱਗੇ ਕਥਨ ਕਰਦੇ ਨੇ, ਕਹੋ ਨਾਨਕ ਭਜ ਹਰਿ ਮਨਾ, ਔਧ ਜਾਤ ਹੈ ਬੀਤ, ਕਹੋ ਨਾਨਕ ਭਜ ਹਰਿ ਮਨਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਹੇ ਭਾਈ, ਹਰੀ ਵਾਹਿਗੁਰੂ ਨੂੰ ਭਜ ਦਾ ਅਰਥ ਹੈ ਭਜਨ ਕਰ। ਹੇ ਮਨਾ, ਹੇ ਪਿਆਰੇ ਮਨਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰ। ਕਹੋ ਨਾਨਕ ਭਜ ਹਰਿ ਮਨਾ, ਔਧ ਜਾਤ ਹੈ ਬੀਤ। ਔਧ ਨਾਮ ਸੰਗਤ ਜੀ ਜ਼ਿੰਦਗੀ ਦਾ ਹੈ ਕਿ ਤੇਰੀ ਉਮਰ ਬੀਤਦੀ ਜਾ ਰਹੀ, ਭਾਵ ਬੀਤ ਨਾਮ ਗੁਜ਼ਰਨ ਦਾ ਹੈ। ਕਿ ਇਹ ਜੀਵ ਜਿਹੜੀ ਤੇਰੀ ਜ਼ਿੰਦਗੀ ਹੈ ਉਹ ਪਲ ਪਲ ਕਰਕੇ, ਛਿਨ ਛਿਨ ਕਰਕੇ ਬਤੀਤ ਹੁੰਦੀ ਜਾ ਰਹੀ ਹੈ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸੰਗਤ ਜੀ ਜੀਵ ਨੂੰ ਸੰਸਾਰ ਤੋਂ ਤਰਨ ਵਾਸਤੇ ਮਹਾਰਾਜ ਨੇ ਬਹੁਤ ਸੁੰਦਰ ਪ੍ਰਮਾਣ ਦੇ ਕਰਕੇ, ਬਹੁਤ ਸੁੰਦਰ ਐਗਜ਼ਾਮਪਲ ਉਦਾਹਰਨਾਂ ਦੇ ਕਰਕੇ ਸਮਝਾਉਣਾ ਕੀਤਾ ਕਿ ਜੇਕਰ ਕਿਸੇ ਇਸ ਅਗਿਆਨੀ ਦੀ ਸਮਝ ਦੇ ਵਿੱਚ ਕੁਝ ਪੈ ਜਾਵੇ, ਇਹਦਾ ਭਲਾ ਹੋ ਜਾਵੇ। ਕਿਉਂਕਿ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਸਤਿਗੁਰੂ ਸਭ ਦਾ ਭਲਾ ਕਰਨਾ ਚਾਹੁੰਦੇ ਨੇ। ਪਰ ਇਹ ਸਾਡੀ ਬਦਕਿਸਮਤੀ ਹੈ, ਜਿਹਨੂੰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜਿਉ ਸਿੱਖਾ ਮਹਿਜੂਕ ਅੰਧੇ ਏਕ ਨਾ ਜਾਣੀਐ, ਜਿਉ ਬਾਂਸ ਵਜਾਈਐ ਫੂਕ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਿਵੇਂ ਕੋਈ ਬਾਂਸ ਦੀ ਵਿੱਚ ਸੰਗਤ ਜੀ ਇੱਕ ਪਾਸਿਓਂ ਫੂਕ ਮਾਰੇ, ਦੂਸਰੇ ਪਾਸੇ ਹਵਾ ਚਲੀ ਜਾਂਦੀ ਹੈ, ਕਿਉਂਕਿ ਬਾਂਸ ਦੀ ਜਿਹੜੀ ਬੋਰੀ ਹੁੰਦੀ ਉਹ ਖਾਲੀ ਹੁੰਦੀ ਹੈ। ਇਸ ਪ੍ਰਕਾਰ ਜਿਹੜੇ ਅਸੀਂ ਹਾਂ, ਸਾਡੀ ਅਵਸਥਾ ਵੀ ਇਹ ਹੋਈ ਹੈ। ਅਸੀਂ ਵੀ ਸਤਿਗੁਰਾਂ ਦੇ ਬਚਨਾਂ ਨੂੰ ਇੱਕ ਕੰਨ ਰਾਹੀਂ ਪਾਉਣੇ ਹਨ, ਦੂਸਰੇ ਕੰਨ ਰਾਹੀਂ ਨਿਕਾਲ ਦਿੰਦੇ, ਭਾਵ ਸਤਿਗੁਰਾਂ ਦੇ ਵਚਨ ਗ੍ਰਹਿਣ ਨਹੀਂ ਕਰਦੇ। ਸਤਿਗੁਰੂ ਤੇ ਸਾਡਾ ਭਲਾ ਮਨਾਉਣਾ ਚਾਹੁੰਦੇ ਨੇ। ਸਰੋਹ ਵਿਚਾਰ ਸੰਗਤ ਜੀ, ਸਤਿਗੁਰੂ ਮਹਾਰਾਜ ਜੀਵ ਨੂੰ ਬੜਾ ਹੀ ਸੁੰਦਰ ਪ੍ਰਮਾਣ ਦੇ ਕਰਕੇ ਸਮਝਾਉਣਾ ਚਾਹੁੰਦਾ ਹੈ, ਕਿਉਂਕਿ ਦ੍ਰਿਸ਼ਟਮਾਨ ਨੂੰ ਵੇਖ ਕਰਕੇ ਛੇਤੀ ਸਮਝ ਆ ਜਾਂਦੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਸ ਤਰ੍ਹਾਂ ਇੱਥੇ ਕਥਨ ਕਰ ਰਹੇ ਨੇ, ਕਹੋ ਨਾਨਕ ਭਜ ਹਰਿ ਮਨਾ, ਔਧ ਜਾਤ ਹੈ ਬੀਤ। ਕਿ ਤੇਰੀ ਉਮਰ ਬਤੀਤਦੀ ਜਾ ਰਹੀ ਹੈ, ਪਰਮਾਤਮਾ ਵਾਹਿਗੁਰੂ ਨੂੰ ਸਿਮਰਨ ਭਾਈ। ਪਹਿਲਾਂ ਤੇਰਾ ਬਾਲਪਣ, ਬਚਪਨ ਜਿਹੜੀ ਅਵਸਥਾ ਸੀ ਉਹ ਚਲੀ ਗਈ, ਉਹ ਤੋਂ ਬਾਅਦ ਫਿਰ ਜਵਾਨੀ ਯੁਵਾ ਅਵਸਥਾ ਆਈ, ਉਹ ਵੀ ਚਲੀ ਗਈ, ਬੁਢੇਪਾ ਅਵਸਥਾ ਆਈ, ਫਿਰ ਤੇਰਾ ਇਹ ਸਰੀਰ ਵੀ ਚਲਿਆ ਗਿਆ। ਭਾਵੇਂ ਸੰਗਤ ਜੀ ਵਾਹਿਗੁਰੂ ਦਾ ਹੁਕਮ ਹੈ, ਕਈ ਵਾਰੀ ਮਨ ਵਿੱਚ ਸ਼ੰਕਾ ਆ ਜਾਂਦੀ ਹੈ ਕਿ ਕਈ ਵਾਰੀ ਬਚਪਨ ਵਿੱਚ ਵੀ ਚਲੇ ਜਾਂਦੇ ਨੇ ਕਈ ਜੀਵ, ਕੋਈ ਵਾਹਿਗੁਰੂ ਦੇ ਹੁਕਮ ਅਨੁਸਾਰ ਜਵਾਨੀ ਵਿੱਚ, ਕੋਈ ਬੁਢੇਪੇ ਵਿੱਚ। ਇਉਂ ਤਾਂ ਸੰਗਤ ਜੀ ਵਾਹਿਗੁਰੂ ਦਾ ਹੁਕਮ ਹੈ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੰਗਤ ਜੀ ਸਮਝਾਉਣ ਵਾਸਤੇ ਉਦਾਹਰਨ ਦਿੱਤੀ ਹੈ ਕਿ ਭਾਈ ਦੋਨੇ ਅਵਸਥਾ ਤੋਂ ਬਾਅਦ ਤੀਸਰੀ ਅਵਸਥਾ ਹੈ। ਜਿਵੇਂ ਦਿਨ ਚੜ੍ਹ ਗਿਆ, ਜਿਹੜਾ ਦਿਨ ਚੜ੍ਹਿਆ ਹੈ ਉਹਨੇ ਸਮਝ ਲਓ ਸਮਾਪਤ ਹੋ ਜਾਣਾ ਹੈ। ਪਹਿਲਾ ਦਿਨ ਤੇ ਪਹਿਰ ਤੇ ਘਰੀਆਂ, ਆਪ ਕਟੈ ਤਨ ਛੀਜੈ, ਕਾਲ ਹੇਰੀ ਫਿਰੈ ਬਦਕ ਜਿਉ, ਕਹੋ ਕਬਨ ਵਿਦ ਕੀਜੈ। ਸਤਿਗੁਰੂ ਮਹਾਰਾਜ ਨੇ ਬੜੀਆਂ ਸੋਹਣੀਆਂ ਉਦਾਹਰਨਾਂ ਦੇ ਕੇ ਸਮਝਾਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ, ਸਤਿਗੁਰੂ ਜੀ ਦੱਸਦੇ ਨੇ ਆਪਣੀ ਬਾਣੀ, ਪਾਵਨ ਬਾਣੀ ਵਿੱਚ, ਸੱਚੇ ਪਾਤਸ਼ਾਹ ਜੀ ਕਹਿੰਦੇ, ਪ੍ਰਾਨ ਚੇਤਨ ਹੈ ਤੋ ਚੇਤ ਲੈ, ਨਿਸ ਦਿਨ ਮਹਿ ਪ੍ਰਾਨੀ, ਛਿਨ ਛਿਨ ਆਉਤ ਬਿਹਾਤ ਹੈ, ਫੂਟੈ ਘਟ ਜਿਉ ਪਾਣੀ। ਸਤਿਗੁਰੂ ਜੀ ਕਹਿੰਦੇ, ਹੈ ਮਨੁੱਖ, ਹੈ ਜੀਵ, ਜੇ ਚੇਤਨਾ ਹੈ, ਭਾਵ ਚੇਤਨ ਤੋਂ ਜੇ ਯਾਦ ਕਰਨਾ ਹੈ, ਸਿਮਰਨ ਕਰਨਾ ਹੈ ਤਾਂ ਵਾਹਿਗੁਰੂ ਦਾ ਕਰ। ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮਹਿ ਪ੍ਰਾਣੀ। ਪ੍ਰਾਣੀ ਦਾ ਅਰਥ ਪ੍ਰਾਣਾ ਧਾਰੀ ਜੀਵ।
ਸਤਿਗੁਰੂ ਕਹਿੰਦੇ ਛਨ ਛਨ ਔਦ ਬਿਹਾਤ ਹੈ, ਫੁੱਟੈ ਘਟ ਜਿਉ ਪਾਣੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੜੀ ਸੋਹਣੀ ਉਦਾਹਰਨ ਦੇ ਕੇ ਸਮਝਾਉਂਦੇ ਨੇ ਕਿ ਜੀ ਵੇਖ, ਜਿਵੇਂ ਇੱਕ ਘੜਾ ਹੋਵੇ ਸੰਗਤ ਜੀ, ਉਹ ਘੜੇ ਨੂੰ ਪਾਣੀ ਦਾ ਭਰ ਦਈਏ, ਕਿਤੇ ਉਹਦੇ ਵਿੱਚ ਥੋੜ੍ਹੀ ਜਿਹੀ ਤਰੇੜ ਆ ਜਾਵੇ, ਚਾਹੇ ਉਹ ਘੜਾ ਸਿਮਦਾ ਹੋਵੇ, ਸਮਾਂ ਪੈ ਕੇ ਉਹਦੇ ਵਿੱਚੋਂ ਸਾਰਾ ਜਿਹੜਾ ਪਾਣੀ ਹੈ ਉਹ ਬਾਹਰ ਨਿਕਲ ਜਾਵੇਗਾ ਅਤੇ ਘੜਾ ਖਾਲੀ ਹੋ ਜਾਵੇਗਾ। ਜਿਹੜਾ ਖਾਲੀ ਘੜਾ ਸੰਗਤ ਜੀ ਵੇਖੋ, ਫਿਰ ਆਪਾਂ ਉਹਦਾ ਕਿੰਨਾ ਕੁ ਸਤਿਕਾਰ ਕਰਦੇ ਹਾਂ। ਜਿਹੜਾ ਫੁੱਟਿਆ ਬਰਤਨ ਹੈ ਉਹਨੂੰ ਆਪਾਂ ਬਾਹਰ ਕੂੜੇ ਕਰਕਟ ਦੀ ਜਗ੍ਹਾ 'ਤੇ ਸੁੱਟ ਦਿੰਦੇ ਹਾਂ, ਭਾਵ ਕਿਸੇ ਕੰਮ ਦਾ ਨਹੀਂ, ਉਹ ਸਮਾਪਤ ਹੋ ਗਿਆ ਹੈ, ਖਤਮ ਹੋ ਗਿਆ। ਇਸ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਹੈ, ਜੀਵ ਤੇਰਾ ਜੀਵਨ ਵੀ ਘੜੇ ਦੀ ਨਿਆਈ ਹੈ। ਕਿਉਂਕਿ ਸੰਗਤ ਜੀ ਜਿਹੜਾ ਘੜਾ ਹੈ ਉਹ 5 ਤੱਤਾਂ ਤੋਂ ਬਣਦਾ ਹੈ, ਮਿੱਟੀ, ਆਕਾਸ਼, ਹਵਾ ਅਤੇ ਅਗਨੀ ਅਤੇ ਪਾਣੀ। ਇਸੇ ਪ੍ਰਕਾਰ ਜਿਹੜਾ ਮਨੁੱਖ ਦਾ ਸਰੀਰ ਹੈ ਇਹ ਵੀ 5 ਤੱਤਾਂ ਤੋਂ ਬਣਿਆ ਹੈ। 5 ਤੱਤ ਕੋ ਤਨ ਰਚਿਓ, ਜਨ ਹੋ ਚਤੁਰ ਸੁਜਾਨ। ਇਹ ਸਜਾਣੇ ਪੁਰਖੋ ਜਾਣਨਾ ਕਰੋ, ਸਤਿਗੁਰੂ ਕਹਿੰਦੇ। 5 ਤੱਤਾਂ ਤੋਂ ਇਹ ਮਨੁੱਖ ਦਾ ਸਰੀਰ ਬਣਿਆ ਹੈ। ਤਾਂ ਤੇ ਅਸੀਂ ਜਿਸ ਪ੍ਰਕਾਰ ਘੜੇ ਦੇ ਵਿੱਚ ਤਰੇੜ ਆਈ ਹੋਵੇ, ਉਹਦਾ ਪਾਣੀ ਹੌਲੀ ਹੌਲੀ ਸਹਿਜੇ ਸਹਿਜੇ ਸਿਮਦਾ ਸਿਮਦਾ ਖਾਲੀ ਹੋ ਜਾਂਦਾ ਹੈ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਹੈ, ਮਨੁੱਖ ਤੇਰੇ ਸਰੀਰ ਰੂਪੀ ਘੜੇ ਨੂੰ ਵੀ ਇੱਕ ਤਰੇੜ ਆਈ ਪਈ ਹੈ। ਜਿਹੜੀਆਂ ਤੇਰੀਆਂ ਨਾਸਕਾਂ ਨੇ, ਭਾਵ ਨੱਕ ਨੇ, ਇਹਨਾਂ ਦੇ ਕੋਲ ਕਿਤੇ ਇਕਾਂਤ 'ਚ ਬੈਠ ਕਰਕੇ ਵੇਖੀ, ਇੱਕ ਪਾਸੇ ਸੰਗਤ ਜੀ ਇੱਕ ਨਾਲ ਰਾਹੀਂ, ਇੱਕ ਜਿਹੜੇ ਨੱਕ ਦੀਆਂ 2 ਗਲੀਆਂ ਨੇ, ਇੱਕ ਪਾਸੇ 'ਤੇ ਸਵਾਸ ਸਾਡੇ ਆਉਂਦੇ ਨੇ, ਦੂਸਰੇ ਪਾਸੇ ਦੀ ਗਰਾਸ ਜਾ ਰਹੇ ਨੇ। ਇਸ ਪ੍ਰਕਾਰ ਤੇਰੇ ਸਵਾਸਾਂ ਰੂਪੀ ਸਰੀਰ ਰੂਪੀ ਘੜੇ ਨੂੰ ਸਵਾਸਾਂ ਰੂਪੀ ਤਰੇੜ ਆਈ ਜਾ ਰਹੀ ਹੈ। ਸਵਾਸ ਗਰਾਸ ਤੇਰੇ ਸਰੀਰ ਵਿੱਚੋਂ ਨਿਕਲ ਜਾ ਰਹੇ ਨੇ। ਇੱਕ ਦਿਨ ਉਹ ਸਮਾਂ ਆ ਜਾਵੇਗਾ, ਘੜੇ ਵਾਂਗੂ ਤੂੰ ਵੀ ਖਾਲੀ ਹੋ ਜਾਵੇਗਾ। ਸੋ ਸਤਿਗੁਰੂ ਜੀ ਤਾਂ ਤੇ ਸੰਗਤ ਜੀ ਉਪਦੇਸ਼ ਦਿੰਦੇ ਨੇ, ਕਹੋ ਨਾਨਕ ਭਜ ਹਰਿ ਮਨੁ, ਔਧ ਜਾਤ ਹੈ ਬੀਤ। ਭਾਈ ਤੇਰੀ ਜਿਹੜੀ ਔਧ ਭਾਵ ਉਮਰ ਬੀਤਦੀ ਜਾ ਰਹੀ ਹੈ, ਇਹ ਮਨੁੱਖਾ ਵਾਹਿਗੁਰੂ ਦਾ ਸਿਮਰਨ ਕਰ। ਸਤਿਗੁਰੂ ਜੀ ਅੱਗੇ ਉਪਦੇਸ਼ ਦਿੰਦੇ ਨੇ, ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਿਹੇ ਸਤਿਗੁਰੂ ਮਹਾਰਾਜ ਜੀ ਕਹਿੰਦੇ ਹੈ, ਜੀਵੋ ਸਤਿਗੁਰੂ ਜੀ ਸੰਗਤ ਜੀ ਸੰਸਾਰ ਦੇ ਉਹਨਾਂ ਜੀਵਾਂ ਵੱਲ ਵੇਖ ਕਰਕੇ ਮਹਾਰਾਜ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਦੀ ਅਵਸਥਾ ਬਚਪਨ ਤੋਂ ਜਵਾਨੀ ਚਲੀ ਗਈ, ਜਵਾਨੀ ਤੋਂ ਅੱਗੇ ਬਿਰਧ ਹੋ ਗਈ, ਪਰ ਕਦੇ ਵਾਹਿਗੁਰੂ ਦਾ ਨਾਮ ਚੇਤੇ ਨਹੀਂ ਕੀਤਾ। ਬਿਰਧ ਭਇਓ ਸੂਝੈ ਨਹੀਂ, ਸੂਝੈ ਨਾਮ ਸਮਝਣ ਦਾ ਹੈ ਕਿ ਬਿਰਧ ਭਇਓ ਸੂਝੈ ਨਹੀਂ। ਸਤਿਗੁਰੂ ਜੀ ਕਹਿੰਦੇ ਬੱਚਿਆਂ ਤੋਂ ਜਵਾਨ ਹੋ ਗਿਆ, ਜਵਾਨ ਤੋਂ ਬੁੱਢਾ ਹੋ ਗਿਆ, ਪਰ ਸਰੀਰ ਕਰਕੇ ਬੁੱਢਾ ਹੋ ਗਿਆ, ਪਰ ਬੁੱਧੀ ਕਰਕੇ ਬੁੱਢਾ ਨਹੀਂ ਹੋਇਆ। ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਣ। ਕਾਲ ਨਾਮ ਮੌਤ ਦਾ ਹੈ, ਕਿਤੇ ਕਾਲ ਨਾਮ ਸਮੇਂ ਦਾ ਵੀ ਹੈ, ਕਾਲ ਨਾਮ ਇੱਕ ਕਾਲੀ ਦਾ ਵੀ ਹੁੰਦਾ ਹੈ। ਮਹਾਨ ਕੋਸ਼ ਦੇ ਅਨੁਸਾਰ ਬਹੁਤ ਅਰਥ ਬਣ ਜਾਂਦੇ ਨੇ ਕਾਲ ਦੇ, ਪਰ ਵੱਡੇ ਮਹਾਂਪੁਰਖ ਵਿਦਿਆ ਮਾਰਤੰਡ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੀ ਕਥਾ ਦੇ ਵਿੱਚ ਵਚਨ ਆਉਂਦੇ ਨੇ ਕਿ ਜਿਹੋ ਜਿਹਾ ਪ੍ਰਸੰਗ ਹੋਵੇ ਉਹੋ ਜਿਹੇ ਅਰਥ ਕਰੀਦੇ ਨੇ। ਇੱਥੇ ਸੰਗਤ ਜੀ ਕਾਲ ਨਾਮ ਹੈ ਮੌਤ ਦਾ। ਕਿਹੇ ਜੀਵ ਤੇਰੀ ਬਚਪਨ ਤੋਂ ਅਵਸਥਾ ਜਵਾਨੀ ਚਲੀ ਗਈ, ਜਵਾਨੀ ਤੋਂ ਬੁੱਢਾ ਹੋ ਗਿਆ, ਪਰ ਸਤਿਗੁਰੂ ਜੀ ਕਹਿੰਦੇ ਬਿਰਧ ਭਇਓ ਸੂਝੈ ਨਹੀਂ, ਤੈਨੂੰ ਸਮਝ ਨਹੀਂ ਆਈ। ਕਾਲ ਪਹੁੰਚਿਓ ਆਣ, ਕਿ ਕਾਲ ਮੌਤ ਰੂਪ ਕਾਲ ਤੇਰੇ ਨੇੜੇ ਆ ਗਿਆ। ਕਿਉਂਕਿ ਸੰਗਤ ਜੀ ਜਿਸ ਪ੍ਰਕਾਰ ਆਪਾਂ ਸਾਰੇ ਘਰਾਂ ਵਿੱਚ, ਖੇਤਾਂ ਦੇ ਵਿੱਚ ਫਸਲਾਂ ਬੀਜਦੇ ਹਾਂ, ਪਹਿਲਾਂ ਫਸਲ ਨੂੰ ਬੀਜਿਆ ਜਾਂਦਾ ਹੈ, ਫਿਰ ਜਿਸ ਵੇਲੇ ਉਹ ਪੱਕ ਜਾਵੇ ਉਹਦੀ ਨਿਸ਼ਾਨੀ ਹੁੰਦੀ ਹੈ ਭਾਈ ਇਹ ਵੱਢਣ 'ਤੇ ਆ ਗਈ। ਇਸ ਪ੍ਰਕਾਰ ਜਿਹੜੀ ਸਰੀਰ ਰੂਪੀ ਫਸਲ ਹੈ ਉਹ ਵਿਦਵਾਨ ਗੁਰਮੁਖਾਂ ਨੇ, ਸਿਆਣੇ ਪੁਰਖਾਂ ਨੇ, ਜਿਸ ਵੇਲੇ ਮਨੁੱਖ ਬਿਰਧ ਹੋ ਜਾਂਦਾ ਹੈ ਉਦੋਂ ਫਸਲ ਨੂੰ ਪੱਕਿਆ ਮੰਨਿਆ ਜਾਂਦਾ ਹੈ ਕਿ ਇਸ ਤੋਂ ਬਾਅਦ ਜਿਹੜੀ ਅਵਸਥਾ ਹੈ ਉਹ ਖਤਮ ਹੋਣ ਦੀ ਹੈ, ਵੱਢਣ ਦੀ ਅਵਸਥਾ ਹੈ। ਸੋ ਪਰ ਸਤਿਗੁਰੂ ਮਹਾਰਾਜ ਜੀ ਕਹਿੰਦੇ ਜੀਵ ਆਪਣੇ ਵੱਲ ਵੇਖਦੇ ਨੇ ਕਿ ਮੇਰਾ ਸਰੀਰ ਹੁਣ ਨਾਸ ਹੋਣ 'ਤੇ ਆ ਰਿਹਾ ਹੈ। ਹਜ਼ੂਰ ਅੱਗੇ ਸੰਗਤ ਜੀ ਫਰਮਾਨ ਕਰਦੇ ਨੇ, ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ
ਕਿਰਪਾ ਕਰਦੇ ਨੇ। ਕਹੋ ਨਾਨਕ ਨਰ, ਨਰ ਦੇ ਅਰਥ ਨੇ ਮਨੁੱਖ ਪੁਰਖ। ਇਹ ਪੁਰਖਾ ਬਾਵਰੇ ਦੇ ਅਰਥ ਝੱਲਾ, ਅਗਿਆਨੀ ਪਗਲਾ। ਸਤਿਗੁਰੂ ਜੀ ਕਹਿੰਦੇ ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ। ਕਿਉਂ ਨਹੀਂ ਤੂੰ ਭਗਵਾਨ ਵਾਹਿਗੁਰੂ ਨੂੰ ਭਜਦਾ, ਪਰਮਾਤਮਾ ਦਾ ਸਿਮਰਨ ਕਰਦਾ। ਭਗਵਾਨ ਦੇ ਅਰਥ ਸੰਗਤ ਜੀ ਪਰਮੇਸ਼ਰ ਵਾਹਿਗੁਰੂ ਹੈ, ਪਰਮਾਤਮਾ ਹੈ। ਕਿਉਂਕਿ ਜਿਹਦੇ ਅੰਦਰ 6 ਗੁਣ ਹੋਣ ਉਹਨੂੰ ਭਗਵਾਨ ਵਾਹਿਗੁਰੂ ਕਿਹਾ ਜਾਂਦਾ ਹੈ। ਧਰਮ ਬੈਰਾਗ ਸੁਜਸ ਪੁੰਨ, ਐਸਵਰ ਸ੍ਰੈ ਬੇਗਿਆਨ। ਇਹ ਖਟ ਭਗਾ ਸਬੰਨ, ਜੋ ਕਹਿਤ ਤਹੇ ਭਗਵਾਨ। ਕਿ ਜਿਹਦੇ ਅੰਦਰ ਸੰਗਤ ਇਹ 6 ਗੁਣ ਹੋਣ, ਧਰਮ ਹੋਵੇ, ਸੁਜਸ ਹੋਵੇ, ਵਿਸ਼ੇਸ਼ ਕਰਕੇ ਉਹਦਾ ਜਸ ਹੁੰਦਾ ਹੋਵੇ, ਵੈਰਾਗ ਹੋਵੇ, ਐਸਵਰ ਸ੍ਰੈ ਵਿਗਿਆਨ। ਇਹ ਖਟ ਭਗਾ ਸਬੰਨ, ਜੋ ਜੇ 6 ਪ੍ਰਕਾਰ ਜਿਹਦੇ 6 ਗੁਣ ਹੋਣ ਉਹਨੂੰ ਭਗਵਾਨ ਕਿਹਾ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਕਹਿੰਦੇ ਭਾਈ ਹੈ ਜੀਵ, ਤੂੰ ਕਿਉਂ ਨਹੀਂ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ। ਕਹੋ ਨਾਨਕ ਨਰ ਬਾਬਰੇ, ਬਾਬਰੇ ਦਾ ਅਰਥ ਅਗਿਆਨੀ ਕਿਹਾ, ਅਗਿਆਨੀ ਪੁਰਖ। ਇਹ ਪਾਗਲਾ ਕਿਉਂ ਨਹੀਂ ਪਰਮਾਤਮਾ ਵਾਹਿਗੁਰੂ ਨੂੰ ਭਜਦਾ, ਭਗਵਾਨ ਦਾ ਸਿਮਰਨ ਕਰਦਾ। ਸੋ ਸਤਿਗੁਰੂ ਸਾਹਿਬ ਜੀ ਦਾ ਸੰਗਤ ਜੇ ਚੌਥਾ ਸ਼ਲੋਕ ਇੱਥੇ ਸਮਾਪਤੀ ਹੈ। ਸਤਿਗੁਰੂ ਸਾਹਿਬ ਕਿਰਪਾ ਕਰਨ, ਨਾਮ ਦੀ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਜੋ ਅੱਜ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸੰਗਤ ਜੀ ਪ੍ਰਕਾਸ਼ ਦਿਹਾੜਾ, ਕਈ ਸੰਗਤਾਂ ਨੇ ਤੇ 5 ਜਨਵਰੀ ਨੂੰ ਮਨਾਇਆ ਹੈ, ਕਈਆਂ ਨੇ ਪੋਹ ਸੁਦੀ 7ਵੀਂ ਨੂੰ ਮਨਾਇਆ ਹੈ। ਸਭ ਦੇ ਅੱਡੋ ਅੱਡ ਮਨ ਦੇ ਖਿਆਲ ਨੇ, ਜਿਵੇਂ ਕਿਸੇ ਨੂੰ ਠੀਕ ਲੱਗੇ। ਸਭ ਦਿਨ ਹੀ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ, ਕਿਉਂਕਿ ਮਹਾਰਾਜ ਜੀ ਦੇ ਜਿਹੜੇ ਪ੍ਰਕਾਸ਼ ਦਿਹਾੜੇ ਨੇ, ਜੋਤੀ ਜੋਤ ਸਮਾਉਣ ਨੇ, ਅਤੇ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੇ। ਇਹ ਸੰਗਤ ਜੀ ਸਾਰਿਆਂ ਦਾ ਇਹਨਾਂ ਦਾ ਭਾਵ ਇਹ ਹੁੰਦਾ ਹੈ ਕਿ ਇਸ ਦਿਨ ਸਾਰੀਆਂ ਸੰਗਤਾਂ ਇਕੱਤਰ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਵਨ ਦੀਆਂ ਸਾਖੀਆਂ ਸੁਣ ਕੇ, ਮਹਾਰਾਜ ਜੀ ਦਾ ਜਸ ਸੁਣ ਕੇ ਆਪਣੇ ਜੀਵਨ ਵਿੱਚ ਧਾਰਨ ਕਰਨ, ਮਹਾਰਾਜ ਜੀ ਦੇ ਗੁਣ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰ। ਇਹਨਾਂ ਦੇ ਅਰਥ ਇਹ ਹੁੰਦੇ ਨੇ, ਮਨ ਚਾਓ ਭਇਆ ਪ੍ਰਭ ਆਗਮ ਸੁਣਿਆ। ਜਿਹੜੇ ਸਤਿਗੁਰੂ ਦੇ ਪਿਆਰੇ ਨੇ ਉਹ ਸੰਗਤ ਜੀ ਉਹਨਾਂ ਦੇ ਮਨ ਵਿੱਚ ਚਾਅ ਹੁੰਦਾ ਹੈ ਕਿ ਜਿਸ ਵੇਲੇ ਆਪਣੇ ਗੁਰੂ ਦਾ ਉਹਨਾਂ ਦੇ ਆਗਮਨ ਹੁੰਦਾ ਹੈ, ਉਹ ਬੜੀਆਂ ਭਾਵਨਾ ਦੇ ਨਾਲ ਮਨਾਉਂਦੇ ਨੇ। ਸਰੋਹ ਵਿਚਾਰ ਜੋ ਅੱਜ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਹੋਣੇ ਹਨ, ਸੋ ਪਰਸੋਂ ਭੋਗ ਪਾਏ ਜਾਣਗੇ। ਸੋ ਭਾਈ ਪਹਿਲਾਂ ਤਾਂ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਨੇ ਸੰਗਤ ਜੀ ਸੇਵਾ ਕਰਨੀ, ਵੱਧ ਤੋਂ ਵੱਧ ਸੇਵਾ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ, ਸਤਿਗੁਰੂ ਸਾਹਿਬ ਦੇ ਚਰਨਾਂ ਵਿੱਚੋਂ ਸੰਗਤ ਜੀ ਖੁਸ਼ੀਆਂ ਪ੍ਰਾਪਤ ਕਰਨੀਆਂ। ਕਿਉਂਕਿ ਜੋ ਕੁਝ ਵੀ ਪ੍ਰਾਪਤ ਹੋਇਆ ਗੁਰਸਿੱਖਾਂ ਨੂੰ ਸੇਵਾ ਅਤੇ ਸਿਮਰਨ ਦੇ ਵਿੱਚੋਂ। ਸੱਚੇ ਪਾਤਸ਼ਾਹ ਨੇ ਸੰਗਤ ਜੀ ਆਪ ਗੁਰਸਿੱਖਾਂ ਦੀ ਸੇਵਾ ਕੀਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਵੇਲੇ ਸੱਚੇ ਪਾਤਸ਼ਾਹ ਜੀ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਪੂਰਬ ਦੇ ਵੱਲ ਪੂਰਬ ਯਾਤਰਾ 'ਤੇ ਗਏ ਮਹਾਰਾਜ ਜੀ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਵੇਲੇ ਤ੍ਰਿਵੇਣੀ ਦੀ ਜਗ੍ਹਾ 'ਤੇ ਪੁੱਜੇ ਨੇ ਇਲਾਹਾਬਾਦ, ਸੱਚੇ ਪਾਤਸ਼ਾਹ ਨੇ ਉੱਥੇ ਸੰਗਤ ਜੀ ਬਹੁਤ ਹੀ ਗੁਰਸਿੱਖਾਂ ਦੀ ਸੇਵਾ ਕੀਤੀ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਚਿੱਤਰ ਨਾਟਕ ਗ੍ਰੰਥ ਵਿੱਚ ਜਿੱਥੇ ਆਪਣੇ ਜੀਵਨ ਦੀ ਕਥਾ ਲਿਖੀ ਹੈ, ਉੱਥੇ ਮਹਾਰਾਜ ਜੀ ਜ਼ਿਕਰ ਕਰਦੇ ਨੇ ਕਿ ਮੁਰ ਪਿਤ ਪੂਰਬ ਕੀਅਸ ਪਿਆਨਾ, ਕਿ ਜਿਸ ਵੇਲੇ ਸਾਡੇ ਪਿਤਾ ਨੇ ਭਾਈ ਪੂਰਬ ਵੱਲ ਪਿਆਨਾ ਚੱਲਣਾ ਕੀਤਾ ਹੈ। ਮੁਰ ਪਿਤ ਪੂਰਬ ਕੀਅਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਕਿ ਜਿਨ੍ਹਾਂ ਅਸਥਾਨਾਂ 'ਤੇ, ਜਿਨ੍ਹਾਂ ਜਗ੍ਹਾ 'ਤੇ ਧੰਨ ਗੁਰੂ ਨਾਨਕ ਸਾਹਿਬ ਤੋਂ ਲੈ ਕਰਕੇ 8ਵੇਂ ਪਾਤਸ਼ਾਹ ਤੱਕ ਸੱਚੇ ਪਾਤਸ਼ਾਹ ਸ਼੍ਰੀ ਹਰਿਕ੍ਰਿਸ਼ਨ 'ਤੇ ਆਈ ਹੈ, ਜਿਸ ਡੱਠੇ ਸਭ ਦੁੱਖ ਜਾਏ, ਜਿਨ੍ਹਾਂ ਨੂੰ ਵੇਖਣ ਮਾਤਰ ਹੀ ਸਾਰੇ ਦੁੱਖ ਚਲੇ ਜਾਂਦੇ ਨੇ। 9-8 ਪਾਤਸ਼ਾਹ ਨੇ ਜਿਨ੍ਹਾਂ ਜਗ੍ਹਾ ਦੇ ਪਾਵਨ ਸਥਾਨਾਂ 'ਤੇ ਚਰਨ ਪਾਏ, ਉੱਥੇ ਸੰਗਤ ਸਤਿਗੁਰਾਂ ਨੇ ਜਾ ਕੇ ਦਰਸ਼ਨ ਕੀਤੇ। ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤ੍ਰਿਵੇਣੀ ਪਏ, ਕਿ ਜਿਸ ਵੇਲੇ ਸਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤ੍ਰਿਵੇਣੀ ਇਲਾਹਾਬਾਦ, ਜਿੱਥੇ 3 ਪਵਿੱਤਰ ਨਦੀਆਂ ਦਾ ਮਿਲਾਪ ਹੁੰਦਾ ਹੈ, ਸੰਗਮ ਹੁੰਦਾ ਹੈ, ਗੰਗਾ, ਜਮਨਾ ਅਤੇ ਸਰਸਵਤੀ। ਜਿਸ ਵੇਲੇ ਸਤਿਗੁਰੂ ਜੀ ਕਹਿੰਦੇ ਵੱਡੇ ਗੁਰੂ ਨਾਨਕ ਸਾਹਿਬ ਜੀ ਦਾ ਉੱਥੇ ਅਸਥਾਨ ਵੀ ਹੈ
ਕਿ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਹਿੰਦੇ ਉੱਥੇ ਪੁੱਜੇ ਤ੍ਰਿਵੇਣੀ ਤੇ, ਜਬ ਹੀ ਜਾ ਤ੍ਰਿਵੇਣੀ ਪਏ ਪੁੰਨ ਦਾਨ ਬਹੁ ਕਰਤ ਬਤੈ, ਕਿ ਉੱਥੇ ਸਾਡੇ ਪਿਤਾ ਨੇ ਭਾਈ ਪੁੰਨ ਦਾਨ ਕਿ ਲੋੜਵੰਦਾਂ ਦੀ ਬਹੁਤ ਸਹਾਇਤਾ ਕੀਤੀ। ਪੁੰਨ ਦਾਨ ਵਹਿ ਕਰਤ ਬਤਾਏ ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਵ ਲਿਆ। ਸਤਿਗੁਰੂ ਜੀ ਕਹਿੰਦੇ ਸਾਡਾ ਆਗਾਜ਼ ਉੱਥੇ ਹੀ ਆਉਣਾ ਹੋਇਆ, ਕਿਉਂਕਿ ਸੰਗਤ ਜੀ ਸਤਿਗੁਰੂ ਮਹਾਰਾਜ ਦੇ ਨਾਲ ਉਸ ਵੇਲੇ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਮਾਤਾ ਨਾਨਕੀ ਜੀ, ਗੁਰੂ ਸਾਹਿਬ ਜੀਆਂ ਦੀ ਮਾਤਾ ਜੀ, ਮਾਤਾ ਗੁਜਰ ਕੌਰ ਜੀ ਸਤਿਗੁਰਾਂ ਦੇ ਮਹਿਲ, ਮਾਮਾ ਕਿਰਪਾਲ ਚੰਦ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮਾਮਾ ਜੀ, ਹੋਰ ਭਾਈ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਗੁਰਸਿੱਖ ਭਾਈ ਦਿਆਲਾ ਜੀ, ਭਾਈ ਸਤੀ ਦਾਸ, ਭਾਈ ਮਤੀ ਦਾਸ ਵਰਗੇ ਬ੍ਰਹਮ ਗਿਆਨੀ ਮਹਾਂਪੁਰਖ ਜਿਸ ਵੇਲੇ ਸੰਗਤ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਤ੍ਰਿਵੇਣੀ ਤੇ ਇਲਾਹਾਬਾਦ ਪਹੁੰਚੇ ਨੇ, ਤਾਂ ਸਤਿਗੁਰੂ ਦੀ ਮਾਤਾ ਮਾਤਾ ਨਾਨਕੀ ਜੀ ਇੱਕ ਦਿਨ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦਰਸ਼ਨ ਸੰਗਤਾਂ ਨਾਲ ਕੀਤੇ, ਤੇ ਮਾਤਾ ਗੁਜਰ ਕੌਰ ਜੀ ਬੜੀ ਭਾਵਨਾ ਦੇ ਨਾਲ ਸੰਗਤਾਂ ਦੀ ਸੇਵਾ ਕਰ ਰਹੇ ਸਨ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਉਸ ਵੇਲੇ ਸੰਸਾਰ ਦੀ ਮਰਜ਼ਾਦਾ ਦੇ ਅਨੁਸਾਰ ਮਹਾਰਾਜ ਦੀ ਦੇ ਸ਼ਾਦੀ ਹੋਈ ਨੂੰ 25 ਸਾਲ ਹੋ ਗਏ ਸਨ, ਤੇ ਮਾਤਾ ਗੁਜਰ ਕੌਰ ਜੀ ਸੰਗਤਾਂ ਦੀ ਬੜੀ ਭਾਵਨਾ ਦੇ ਨਾਲ ਸੇਵਾ ਕਰਦੇ। ਤੇ ਮਾਤਾ ਨਾਨਕੀ ਜੀ ਦੇ ਮਨ ਵਿੱਚ ਇੱਕ ਉਸ ਵੇਲੇ ਖਿਆਲ ਆਇਆ ਕਿ ਮਾਤਾ ਗੁਜਰ ਕੌਰ ਜੀ ਆਪਣੇ ਮਾਤਾ ਜੀ ਨੇ, ਕਿ ਮਾਤਾ ਨਾਨਕੀ ਜੀ ਕਹਿਣ ਲੱਗੀ ਕਿ ਇਹ ਸੰਗਤਾਂ ਦੀ ਇੰਨੀ ਸੇਵਾ ਕਰਦੇ ਨੇ, ਇਹਨਾਂ ਸਿਮਰਨ ਕਰਦੇ ਨੇ, ਕਿਉਂਕਿ ਸੰਗਤ ਜੀ ਹਰ ਇੱਕ ਔਰਤ ਦਾ ਇਹ ਸੁਭਾਅ ਹੁੰਦਾ ਕਿ ਉਹਦੇ ਘਰ ਪੁੱਤਰ ਹੋਵੇ, ਪੁੱਤਰ ਗੰਢ ਪਵੈ ਸੰਸਾਰ। ਤਾਂ ਸੰਗਤ ਜੀ ਮਾਤਾ ਨਾਨਕੀ ਜੀ ਦੇ ਮਨ ਵਿੱਚ ਵੈਰਾਗ ਆ ਗਿਆ ਕਿ ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ 9ਵੇਂ ਸਰੂਪ ਨੇ, ਇਹ ਸਭ ਦੀਆਂ ਝੋਲੀਆਂ ਭਰਦੇ ਨੇ, ਕਿ ਨਾਨਕੀ ਜੀ ਵਾਹਿਗੁਰੂ ਮਾਤਾ ਗੁਜਰ ਕੌਰ ਜੀ ਦੀ ਵੀ ਝੋਲੀ ਭਰਨ। ਤਾਂ ਮਾਤਾ ਨਾਨਕੀ ਜੀ ਸੰਗਤ ਜੀ ਆਪਣੇ ਤੰਬੂ ਦੇ ਵਿੱਚ ਕਹਿ ਲਓ ਜਿੱਥੇ ਮਾਤਾ ਜੀ ਦਾ ਵਾਸ ਸੀ, ਉੱਥੇ ਜਾ ਕੇ ਵਿਰਾਗ ਦੇ ਵਿੱਚ ਆ ਕੇ ਆਪਣੀ ਅੱਖਾਂ ਵਿੱਚੋਂ ਹੰਝੂ ਗਿਰਨ ਲੱਗ ਪਏ ਅਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਚੇਤੇ ਕਰਨ ਲੱਗ ਪਏ, ਕਿਉਂਕਿ ਜਿਸ ਵੇਲੇ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗੇ, ਤਾਂ ਉਸ ਵੇਲੇ ਸਤਿਗੁਰਾਂ ਦੇ ਦੂਸਰੇ ਮਹਿਲ ਮਾਤਾ ਦਮੋਦਰੀ ਜੀ ਉਹ ਵੀ ਸੰਗਤ ਜੀ ਸੱਚਖੰਡ ਮਹਾਰਾਜ ਦੇ ਨਾਲ ਹੀ ਚਲੇ ਗਏ ਸਨ। ਤੇ ਮਾਤਾ ਨਾਨਕੀ ਜੀ ਨੇ ਵੀ ਆਗਿਆ ਮੰਗੀ ਸੀ ਕਿ ਇਹ ਪਤੀ ਦੇਵ ਸੁਆਮੀ ਮੈਨੂੰ ਵੀ ਆਗਿਆ ਦਿਓ, ਮੈਂ ਵੀ ਆਪ ਜੀ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦੀ। ਤਾਂ ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮਾਤਾ ਨਾਨਕੀ ਜੀ ਨੂੰ ਕਿਹਾ ਸੀ ਕਿ ਨਾਨਕੀ ਜੀ ਤੁਸੀਂ ਹਜੇ ਸੰਸਾਰ ਦੇ ਉੱਪਰ ਰਹਿਣਾ ਹੈ, ਤੁਸੀਂ ਉਸ ਮਹਾਨ ਤੇਜ ਪ੍ਰਤਾਪੀ ਤਵਸ਼ਵੀ ਸੂਰਵੀਰ ਆਪਣੇ ਪੋਤਰੇ ਦੇ ਦਰਸ਼ਨ ਕਰਨੇ ਨੇ, ਕਿ ਜਿਨ੍ਹਾਂ ਨੇ ਰੋਂਦਿਆਂ ਦੇ ਮੂੰਹ 'ਤੇ ਹਾਸੇ ਲਿਆਉਣੇ ਨੇ, ਜਿਨ੍ਹਾਂ ਨੇ ਭਾਰਤ ਵਰਸ਼ ਦੀ ਰੂਹ ਬਦਲ ਦੇਣੀ ਹੈ, ਭਾਰਤ ਦੀ ਮਰੀ ਹੋਈ ਸੰਸਕ੍ਰਿਤ ਨੂੰ ਜਿਨ੍ਹਾਂ ਨੇ ਉਜਾਗਰ ਕਰ ਦੇਣਾ ਹੈ, ਤੁਸੀਂ ਉਸ ਆਪਣੇ ਮਹਾਨ ਤੇਜ ਪ੍ਰਤਾਪੀ ਸੂਰਬੀਰ ਮਰਦ ਅਗੰਬੜੇ ਪੋਤਰੇ ਦੇ ਦਰਸ਼ਨ ਕਰਕੇ ਆਇਓ। ਤਾਂ ਜਿਸ ਵੇਲੇ ਸੰਦੀ ਮਾਤਾ ਨਾਨਕੀ ਜੀ ਦੀ ਉਮਰ ਵੀ ਬਹੁਤ ਵੱਡੀ ਹੋ ਗਈ, ਬੁਢੇਪਾ ਅਵਸਥਾ ਆ ਗਿਆ ਸੀ, ਤਾਂ ਮਾਤਾ ਨਾਨਕੀ ਜੀ ਸੰਗ ਸਤਿਗੁਰਾਂ ਦੇ ਬਚਨ ਚੇਤੇ ਕਰ ਰਹੇ ਨੇ, ਵਿਰਾਗ ਕਰ ਰਹੇ ਨੇ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀਵਾਨ ਦੀ ਸਮਾਪਤੀ ਹੋਈ, ਸੰਗਤਾਂ ਨੂੰ ਉਪਦੇਸ਼ ਬਖਸ਼ ਕੇ ਜਿਸ ਵੇਲੇ ਮਾਤਾ ਨਾਨਕੀ ਜੀ ਦੇ ਕੋਲ ਪੁੱਜੇ, ਤਾਂ ਮਾਤਾ ਨਾਨਕੀ ਦੇ ਅੱਖਾਂ ਦੇ ਵਿੱਚੋਂ ਸੰਗਤ ਜੀ ਸੱਚੇ ਪਾਤਸ਼ਾਹ ਜੀ ਨੇ ਹੰਝੂ ਵੇਖੇ, ਮੋਤੀਆਂ ਵਰਗੇ ਮਹਾਰਾਜ ਨੇ ਪਾਣੀ ਵੇਖਿਆ। ਤਾਂ ਗੁਰੂ ਸਾਹਿਬ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਾਤਾ ਨਾਨਕੀ ਜੀ ਕੋਲ ਪੁੱਛਣ ਲੱਗੇ ਕਿ ਮਾਤਾ ਜੀ ਆਪ ਜੀਆਂ ਦੀ ਅੱਖਾਂ ਵਿੱਚੋਂ ਵਿਰਾਗ ਹੋਣ ਦਾ ਕੀ ਕਾਰਨ? ਕਿਉਂਕਿ ਸੰਗਤ ਜਿਹੜੇ ਹੱਸਣਾ ਅਤੇ ਰੋਣ ਦੇ ਕਾਰਨ ਹੁੰਦੇ ਨੇ। ਜੀਵ ਹੱਸਦਾ ਉਦੋਂ ਹੈ ਜਿਸ ਵੇਲੇ ਜੀਵ ਖੁਸ਼ ਹੁੰਦਾ, ਅਤੇ ਵਿਰਾਗ ਜੀਵ ਨੂੰ ਉਸ ਵੇਲੇ ਆਉਂਦਾ ਜਿਸ ਵੇਲੇ ਕੋਈ ਦੁੱਖ ਹੁੰਦਾ ਹੈ। ਤਾਂ ਮਾਤਾ ਨਾਨਕੀ ਜੀ ਨੇ ਸੰਗਤ ਜੀ ਆਪਣੇ ਦੁਪੱਟੇ ਦੇ ਨਾਲ ਜੋ ਮਾਈਆਂ ਦੇ ਸੀਸ ਦੇ ਉੱਪਰ ਪਰਨਾ ਕਹਿ ਲਓ, ਕੇਸ ਕੀ ਕਹਿ ਲਓ, ਉਹ ਹੁੰਦਾ ਹੈ, ਉਹਦੇ ਨਾਲ ਆਪਣੇ ਅੱਖਾਂ ਨੂੰ ਸਾਫ਼ ਕੀਤਾ। ਕਹਿਣ ਲੱਗੇ, ਪੁੱਤਰ ਜੀ ਤੁਸੀਂ ਭਾਵੇਂ ਮੇਰੇ ਸੰਸਾਰ ਕਰਕੇ ਪੁੱਤਰ ਹੋ, ਪਰ ਹੁਣ ਤੁਸੀਂ ਗੁਰੂ ਨਾਨਕ ਦੇ 9ਵੇਂ ਸਰੂਪ ਹੋ, ਤੁਸੀਂ ਗੁਰੂ ਹੋ ਗੁਰਸਿੱਖਾਂ ਦੇ, ਮੇਰੇ ਹੰਝੂ ਵੈਸੇ ਹੀ ਆ ਗਏ। ਤਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੰਗਤ ਜੀ ਹੱਠ ਕੀਤਾ, ਮਹਾਰਾਜ
ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸੰਸਾਰ ਦੀ ਮਰਜ਼ਾਦਾ ਨੂੰ ਨਿਭਾਉਣ ਵਾਲੇ ਸਤਿਗੁਰੂ ਆਪਣੀ ਮਾਤਾ ਦੇ ਚਰਨ ਫੜ ਲਏ। ਮਾਤਾ ਜੀ ਦੱਸਣਾ ਕਰੋ ਕੀ ਕਾਰਨ। ਤਾਂ ਉਸ ਵੇਲੇ ਸੰਗਤ ਦੀ ਮਾਤਾ ਨਾਨਕੀ ਜੀ ਨੇ ਕਿਹਾ ਕਿ ਮੈਨੂੰ ਤੁਹਾਡੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਆ ਗਈ। ਉਹਨਾਂ ਨੇ ਬਚਨ ਕੀਤੇ ਸਨ ਕਿ ਪੁੱਤਰ, ਇਹ ਸਿੱਖਾਂ ਦੇ 9ਵੇਂ ਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿ ਆਪ ਜੀਆਂ ਦੇ ਘਰ ਇਹੋ ਜਿਹਾ ਮਹਾਨ ਤਪਸਵੀ ਤੇਜ ਪ੍ਰਤਾਪੀ ਪੁੱਤਰ ਹੋਣਾ ਹੈ। ਮੈਨੂੰ ਮਨ ਵਿੱਚ ਮੇਰੇ ਚਾਅ ਹੋ ਗਿਆ, ਮਨ ਵਿੱਚ ਮੇਰੇ ਵਿਰਾਗ ਆ ਗਿਆ ਕਿ ਮੈਂ ਉਹਦੇ ਜਲਦੀ ਦਰਸ਼ਨ ਕਰਾਂ ਅਤੇ ਤੁਹਾਡੇ ਪਿਤਾ ਦੇ ਚਰਨਾਂ ਜਾ ਕੇ ਸਮਾ ਜਾਵਾਂ। ਤਾਂ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਮਹਾਰਾਜ ਨੇ ਬ੍ਰਹਮ ਗਿਆਨੀ ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ, ਹੋਰ ਗੁਰਸਿੱਖ ਭਾਈ ਦਿਆਲਾ ਜੀ, ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਸਨ, ਉਹਨਾਂ ਗੁਰਸਿੱਖਾਂ ਨੂੰ ਕਿਹਾ ਕਿ ਜੋ ਭਾਈ ਬੰਨੋ ਵਾਲੀ ਬੀੜ ਹੈ, ਜੋ ਪੰਚਮ ਪਾਤਸ਼ਾਹ ਜੀ ਨੇ ਲਿਖਾਈ ਸੀ, ਕਿ ਉਹਨੂੰ ਲੈ ਕੇ ਆਓ। ਉਸ ਵੇਲੇ ਸੰਗਤੀ ਮਹਾਰਾਜ ਨੇ ਫਿਰ ਉੱਥੇ ਤ੍ਰਿਵੇਣੀ 'ਤੇ ਸ੍ਰੀ ਅਖੰਡ ਪਾਠ ਸਾਹਿਬ ਕੀਤਾ, ਅਰਦਾਸ ਕੀਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਤੇ ਕਿ ਮਹਾਰਾਜ ਕਿਰਪਾ ਕਰੋ, ਗੁਰੂ ਨਾਨਕ ਸਾਹਿਬ ਮੇਰੀ ਮਾਤਾ ਜੀ ਦੀ ਸ਼ੁਭ ਇੱਛਾ ਪੂਰੀ ਕਰੋ। ਫਿਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 75 ਨਾਟਕ ਸ੍ਰੀ ਦਸਮ ਬਾਣੀ ਵਿੱਚ ਜ਼ਿਕਰ ਕਰਦੇ ਨੇ ਕਿ ਜਬ ਹੀ ਜਾਤ ਤ੍ਰਿਵੇਣੀ ਪਏ ਪੁੰਨ ਦਾਨ ਬਹੁ ਕਰਤ ਬਤੇ। ਉੱਥੇ ਸਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਕਰਕੇ ਬਹੁਤ ਗੁਰਸਿੱਖਾਂ ਦੇ ਤਾਈਂ ਦਾਨ ਪੁੰਨ ਕੀਤਾ, ਲੋੜਵੰਦਾਂ ਦੀ ਸੇਵਾ ਕੀਤੀ। ਪੁੰਨ ਦਾਨ ਬਹੁ ਕਰਤ ਬਤਾਏ ਤਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਵ ਲਇਓ। ਸਤਿਗੁਰੂ ਜੀ ਕਹਿੰਦੇ ਅਸੀਂ ਜਾ ਕੇ ਫਿਰ ਪਟਨਾ ਸਾਹਿਬ ਵਿੱਚ ਪ੍ਰਕਾਸ਼ ਧਾਰਨ ਕੀਤਾ। ਪਟਨਾ ਸ਼ਹਿਰ ਵਿਖੇ ਪਵ ਲਇਓ। ਸਤਿਗੁਰੂ ਜੀ ਕਹਿੰਦੇ ਫਿਰ ਕਿ ਮਾਦਰ ਸ਼ਹਿਰ ਹਮਕੋ ਲੈ ਆਏ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਸੰਗਤ ਜੀ ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪਟਨਾ ਸਾਹਿਬ ਰਹੇ, ਪਟਨਾ ਸਾਹਿਬ ਦੀ ਧਰਤੀ ਨੂੰ ਭਾਗ ਲਏ। ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਜੀ 3 ਮਹੀਨੇ ਰਹੇ। 18 ਮਈ 1670 ਨੂੰ ਸਤਿਗੁਰੂ ਜੀ ਸੰਗਤ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਜਿਸ ਵੇਲੇ ਅਨੰਦਪੁਰ ਸਾਹਿਬ ਪਹੁੰਚੇ 2 ਸਾਲਾਂ ਬਾਅਦ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਰਾਗ ਦੀਆਂ ਚਿੱਠੀਆਂ ਲਿਖੀਆਂ ਕਿ ਪਿਤਾ ਜੀ ਤੁਹਾਡੇ ਤੋਂ ਬਿਨਾਂ ਸਾਡਾ ਜੀ ਨਹੀਂ ਲੱਗਦਾ, ਮਹਾਰਾਜ ਕਿਰਪਾ ਕਰੋ ਸਾਨੂੰ ਤੁਸੀਂ ਆਪਣੇ ਕੋਲ ਬੁਲਾਓ। ਫਿਰ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਸੰਗਤ ਜੀ 1672 ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਬੁਲਾਇਆ ਕਿ ਜਿਸ ਵੇਲੇ ਸੱਚੇ ਪਾਤਸ਼ਾਹ ਜੀ ਕਹਿੰਦੇ ਮਦਰ ਸ਼ਹਿਰ ਹਮਕੋ ਲੈ ਆਏ। ਮਦਰ ਨਾਮ ਪਿਤਾ ਦਾ ਹੈ ਕਿ ਜਿਸ ਵੇਲੇ ਸਾਡੇ ਪਿਤਾ ਜੀ ਨੇ ਸਾਨੂੰ ਸ੍ਰੀ ਅਨੰਦਪੁਰ ਸਾਹਿਬ ਬੁਲਾਇਆ ਤਾਂ ਸੰਗਤੀ ਅਨੰਦਪੁਰ ਸਾਹਿਬ ਬਹੁਤ ਸੋਹਣਾ ਸਜਾਇਆ ਗਿਆ।